ਸੰਗਤ ਜੀ, ਸਭ ਤੋਂ ਪਹਿਲਾਂ ਗੱਜ ਕੇ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੱਲ ਕਰਾਂਗੇ ਇਸ ਘਟਨਾ ਬਾਰੇ। ਤੁਸੀਂ ਵੀਡੀਓ ਦੇ ਆਖਿਰ ਤੱਕ ਬਣੇ ਰਹੋ ਅਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਓ। ਨਾਲ ਹੀ ਚੈਨਲ ਨੂੰ ਹੋਰ ਵੀਡੀਓਜ਼ ਲਈ ਸਬਸਕ੍ਰਾਈਬ ਕਰ ਲਵੋ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪੂਰਨਮਾਸ਼ੀ ਵਾਲੇ ਦਿਨ ਸਨ 1469 ਨੂੰ ਖੱਤਰੀਆਂ ਦੇ ਘਰ ਹੋਇਆ। ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਦੇਵੀ ਸੀ ਅਤੇ ਪਿਤਾ ਦਾ ਨਾਮ ਮਹਿਤਾ ਕਾਲੂ ਜੀ ਸੀ। ਜਦੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਾ ਪਤਾ ਮਹਿਤਾ ਕਾਲੂ ਜੀ ਨੂੰ ਲੱਗਾ ਤਾਂ ਮਹਿਤਾ ਕਾਲੂ ਜੀ ਸਵੇਰੇ ਵੱਡੇ ਵੇਲੇ ਉੱਠ ਕੇ ਪੰਡਿਤ ਹਰੀਦਿਆਲ ਜੀ ਦੇ ਘਰ ਗਏ ਤੇ ਪੰਡਿਤ ਨੂੰ ਜਾ ਕੇ ਕਹਿਣ ਲੱਗੇ ਕਿ ਪਾਂਦਾ ਜੀ ਮੱਥਾ ਟੇਕਦੇ ਹਾਂ। ਤਾਂ ਅੱਗੋਂ ਪੰਡਿਤ ਨੇ ਕਿਹਾ ਕਿ ਕਾਲੂ ਜੀ ਐਨੇ ਸਵੇਰੇ ਸਵੇਰੇ ਕਿਉਂ ਆਏ ਹੋ? ਤਾਂ ਮਹਿਤਾ ਕਾਲੂ ਜੀ ਨੇ ਕਿਹਾ ਕਿ ਪਾਂਦਾ ਜੀ ਮੇਰੇ ਘਰ ਦੇ ਵਿੱਚ ਬਾਲਕ ਨੇ ਜਨਮ ਲਿਆ ਹੈ ਤੇ ਤੁਸੀਂ ਚੱਲ ਕੇ ਉਸ ਦੀ ਜਨਮ ਪੱਤਰੀ ਲਿਖ ਲਵੋ। ਤਾਂ ਪੰਡਿਤ ਜੀ ਨੇ ਕਿਹਾ ਕਿ ਕਾਲੂ ਤੂੰ ਚੱਲ ਕਰ, ਮੈਂ ਪੂਜਾ ਪਾਠ ਕਰਕੇ ਤੇਰੇ ਮਗਰ ਹੀ ਆਉਂਦਾ ਹਾਂ। ਤਾਂ ਮਹਿਤਾ ਕਾਲੂ ਜੀ ਆਪਣੇ ਘਰ ਆ ਗਏ। ਕੁਝ ਹੀ ਸਮੇਂ ਦੇ ਬਾਅਦ ਪੰਡਿਤ ਹਰੀਦਿਆਲ ਜੀ ਵੀ ਉਹਨਾਂ ਦੇ ਘਰ ਪਹੁੰਚ ਗਏ। ਘਰ ਪਹੁੰਚ ਕੇ ਪੰਡਿਤ ਮਹਿਤਾ ਕਾਲੂ ਜੀ ਨੂੰ ਕਹਿਣ ਲੱਗੇ ਕਿ ਕਾਲੂ ਜੀ ਅੰਦਰ ਜਾ ਕੇ ਦਾਈ ਮਾਂ ਨੂੰ ਬੁਲਾਓ, ਅਸੀਂ ਉਹਨਾਂ ਦੇ ਬਾਲਕ ਦੇ ਜਨਮ ਬਾਰੇ ਕੁਝ ਪੁੱਛਣਾ ਹੈ। ਮਹਿਤਾ ਕਾਲੂ ਜੀ ਅੰਦਰ ਗਏ ਅਤੇ ਦਾਈ ਮਾਂ ਨੂੰ ਬੁਲਾ ਕੇ ਪੰਡਿਤ ਜੀ ਦੇ ਕੋਲ ਲੈ ਆਏ। ਤਾਂ ਪੰਡਿਤ ਜੀ ਨੇ ਦਾਈ ਮਾਂ ਨੂੰ ਪੁੱਛਿਆ ਕਿ ਮਾਤਾ ਜੀ ਮੈਨੂੰ ਦੱਸੋ ਕਿ ਇਸ ਬਾਲਕ ਦਾ ਜਨਮ ਕਿਸ ਸਮੇਂ ਹੋਇਆ ਹੈ। ਦਾਈ ਮਾਂ ਨੇ ਪੰਡਿਤ ਨੂੰ ਕਿਹਾ ਕਿ ਪਾਂਦਾ ਜੀ ਇਸ ਬਾਲਕ ਦਾ ਜਨਮ ਅੱਧੀ ਰਾਤ ਨੂੰ 7ਵੇਂ ਪਹਿਰ ਵਿੱਚ ਹੋਇਆ ਹੈ। ਪਰ ਪੰਡਿਤ ਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਹੱਥਾਂ ਦੇ ਵਿੱਚ ਬਹੁਤ ਸਾਰੇ ਬਾਲਕਾਂ ਨੇ ਜਨਮ ਲਿਆ ਹੈ, ਪਰ ਇਸ ਬਾਲਕ ਦੇ ਜਿਹੜੇ ਸਮੇਂ ਮੈਂ ਕ੍ਰਿਸ਼ਮਾ ਦੇਖਿਆ ਹੈ ਉਸ ਨੂੰ ਮੈਂ ਬਿਆਨ ਨਹੀਂ ਕਰ ਸਕਦੀ। ਜਿੰਨੇ ਵੀ ਬੱਚੇ ਇਸ ਸੰਸਾਰ ਦੇ ਵਿੱਚ ਆਉਂਦੇ ਹਨ ਉਹ ਰੋਂਦੇ ਹੋਏ ਹੀ ਆਉਂਦੇ ਹਨ, ਪਰ ਇਹ ਬਾਲਕ ਤਾਂ ਕੁਝ ਅਜੀਬ ਹੀ ਹੈ ਕਿਉਂਕਿ ਇਹ ਬਾਲਕ ਜਨਮ ਲੈਣ ਤੋਂ ਬਾਅਦ ਇਸ ਤਰ੍ਹਾਂ ਹੱਸਿਆ ਜਿਵੇਂ ਕੋਈ ਸਿਆਣਾ ਬੱਚਾ ਹੱਸਦਾ ਹੈ। ਦਾਈ ਮਾਂ ਤੋਂ ਇਹ ਗੱਲ ਸੁਣ ਕੇ ਪੰਡਿਤ ਜੀ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਕਾਲੂ, ਦਾਈ ਮਾਂ ਦੇ ਦੱਸਣ ਮੁਤਾਬਿਕ ਇਹ ਬਾਲਕ ਮੈਨੂੰ ਕੋਈ ਆਮ ਨਹੀਂ ਲੱਗਦਾ ਅਤੇ ਮੈਂ ਵੀ ਇਸ ਬਾਲਕ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਪਰ ਦਾਈ ਮਾਂ ਨੇ ਪੰਡਿਤ ਨੂੰ ਕਿਹਾ ਕਿ ਪੰਡਿਤ ਜੀ ਬੱਚਾ ਹਲੇ ਕੁਝ ਹੀ ਘੰਟਿਆਂ ਦਾ ਹੈ ਤੇ ਬਾਹਰ ਠੰਡ ਵੀ ਹੈ, ਇਸ ਲਈ ਬੱਚੇ ਨੂੰ ਕਮਰੇ ਤੋਂ ਬਾਹਰ ਲੈ ਕੇ ਆਉਣਾ ਠੀਕ ਨਹੀਂ ਹੈ। ਪਰ ਪੰਡਿਤ ਜੀ ਨੇ ਜਿੱਦ ਕਰਨੀ ਸ਼ੁਰੂ ਕਰ ਦਿੱਤੀ ਤੇ ਕਿਹਾ ਕਿ ਤੁਸੀਂ ਮੇਰੀ ਜ਼ਿੰਮੇਵਾਰੀ ਤੇ ਬਾਲਕ ਨੂੰ ਬਾਹਰ ਲੈ ਕੇ ਆਓ, ਬਾਲਕ ਨੂੰ ਕੁਝ ਨਹੀਂ ਹੋਵੇਗਾ, ਮੇਰੇ ਤੇ ਭਰੋਸਾ ਕਰੋ। ਦਾਈ ਮਾਂ ਨੇ ਬੱਚੇ ਨੂੰ ਲਪੇਟ ਕੇ ਬਾਹਰ ਲੈ ਆਉਂਦਾ। ਹਰੀਦਿਆਲ ਪੰਡਿਤ ਬਹੁਤ ਹੀ ਸੂਝਵਾਨ ਪੰਡਿਤ ਸੀ ਅਤੇ ਗੁਰੂ ਜੀ ਦੇ ਦਰਸ਼ਨ ਕਰਦੇ ਹੀ ਨਿਹਾਲ ਹੋ ਗਿਆ। ਇਸ ਲਈ ਉਸ ਪੰਡਿਤ ਨੇ ਬਾਲਕ ਦੇ ਸਾਹਮਣੇ ਦੋਨੇ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਦਾਈ ਮਾਂ ਨੂੰ ਕਿਹਾ ਕਿ ਹੁਣ ਇਸ ਬੱਚੇ ਨੂੰ ਤੁਸੀਂ ਅੰਦਰ ਲੈ ਜਾਓ। ਮਹਿਤਾ ਕਾਲੂ ਜੀ ਨੇ ਪੰਡਿਤ ਜੀ ਨੂੰ ਕਿਹਾ ਕਿ ਪੰਡਿਤ ਜੀ ਇਸ ਬਾਲਕ ਦਾ ਹੁਣ ਨਾਮ ਰੱਖੋ। ਤਾਂ ਹਰੀਦਿਆਲ ਪੰਡਿਤ ਜੀ ਨੇ ਸੋਚ ਸਮਝ ਕੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਕਾਲੂ, ਇਸ ਬੱਚੇ ਦਾ ਨਾਮ ਮੈਂ 13 ਦਿਨਾਂ ਤੋਂ ਬਾਅਦ ਸੋਚ ਸਮਝ ਕੇ ਰੱਖਾਂਗਾ ਤੇ ਨਾਲ ਹੀ ਚੋਲਾ ਪਹਿਨਾਵਾਂਗਾ। ਪੰਡਿਤ 13 ਦਿਨ ਤੱਕ ਗੁਰੂ ਜੀ ਦਾ ਨਾਮ ਹੀ ਸੋਚਦਾ ਰਿਹਾ ਅਤੇ ਨਾਲ ਹੀ ਸੋਚ ਕੇ ਹੈਰਾਨ ਹੁੰਦਾ ਰਿਹਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਪਹਿਲਾਂ ਇਸ ਤਰ੍ਹਾਂ ਦਾ ਬਾਲਕ ਨਹੀਂ ਦੇਖਿਆ। 13 ਦਿਨ ਤੋਂ ਬਾਅਦ ਮਹਿਤਾ ਕਾਲੂ ਜੀ ਨੇ ਪੰਡਿਤ ਜੀ ਨੂੰ ਫਿਰ ਆਪਣੇ ਘਰ ਬੁਲਾਇਆ ਅਤੇ ਬਾਲਕ ਦਾ ਨਾਮ ਰੱਖਣ ਦੇ ਲਈ ਬੇਨਤੀ ਕੀਤੀ। ਤਾਂ ਪੰਡਿਤ ਜੀ ਨੇ ਬਾਲਕ ਦੇ ਚੋਲਾ ਪਾ ਕੇ ਭਾਈ ਕਾਲੂ ਜੀ ਨੂੰ ਕਿਹਾ ਕਿ ਅਸੀਂ ਤੇਰੇ ਬਾਲਕ ਦਾ ਨਾਮ ਨਾਨਕ ਦੇਵ ਰੱਖਾਂਗੇ। ਤਾਂ ਮਹਿਤਾ ਕਾਲੂ ਜੀ ਨੇ ਪੰਡਿਤ ਜੀ ਨੂੰ ਕਿਹਾ ਕਿ ਪੰਡਿਤ ਜੀ ਇਹ ਨਾਮ ਤੁਸੀਂ ਠੀਕ ਨਹੀਂ ਰੱਖਿਆ ਹੈ ਕਿਉਂਕਿ ਇਹ ਨਾਮ ਹਿੰਦੂ ਤੁਰਕ ਦਾ ਸਾਂਝਾ ਹੈ। ਤਾਂ ਪੰਡਿਤ ਜੀ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਕਾਲੂ ਜੀ ਇਹ ਕੋਈ ਬਹੁਤ ਵੱਡਾ ਅਵਤਾਰੀ ਹੈ ਜਿਸ ਨੇ ਤੁਹਾਡੇ ਘਰ ਦੇ ਵਿੱਚ ਜਨਮ ਲਿਆ ਹੈ। ਇਸ ਤੋਂ ਪਹਿਲਾਂ ਸ਼੍ਰੀ ਰਾਮਚੰਦਰ ਸ਼੍ਰੀ ਕ੍ਰਿਸ਼ਨ ਜੀ ਅਵਤਾਰੀ ਸਨ ਤਾਂ ਉਹਨਾਂ ਨੂੰ ਹਿੰਦੂ ਪੂਜਦੇ ਸਨ, ਪਰ ਇਹਨਾਂ ਨੂੰ ਹਿੰਦੂ ਤੁਰਕ ਦੋਨੋਂ ਹੀ ਪੂਜਣਗੇ। ਇਹ ਕੋਈ ਬਹੁਤ ਵੱਡਾ ਗਿਆਨੀ ਧਿਆਨੀ ਹੋਵੇਗਾ ਜਿਸ ਨੂੰ ਸਮੁੰਦਰ, ਧਰਤੀ ਅਤੇ ਆਸਮਾਨ ਵੀ ਰਾਹ ਦੇਵੇਗਾ। 9 ਨਾਥ 84 ਸਿੱਧ 6
ਜਪੀ 52 ਪੀਰ 64 ਜੁਗਣੇ ਭੂਤ ਪ੍ਰੇਤ ਦੇਵ ਦਾਨਵ ਰਿਸ਼ੀ ਮੁਨੀ ਪੀਰ ਪਕੰਬਰ ਸਭ ਇਸ ਦੀ ਆਗਿਆ ਮੰਨਣਗੇ। ਇਹ ਆਪ ਨਿਰੰਕਾਰ ਮਨੁੱਖ ਦੇ ਰੂਪ ਦੇ ਵਿੱਚ ਜਗਤ ਦਾ ਉਧਾਰ ਕਰਨ ਵਾਸਤੇ ਆਇਆ ਹੈ। ਇਹ ਗੱਲ ਕਹਿਣ ਤੋਂ ਬਾਅਦ ਪੰਡਿਤ ਹਰੀ ਦਿਆਲ ਜੀ ਆਪਣੇ ਘਰ ਚਲੇ ਗਏ ਤੇ ਭਾਈ ਮਹਿਤਾ ਕਾਲੂ ਜੀ ਪੰਡਿਤ ਦੇ ਮੂੰਹੋਂ ਇਹ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਏ ਅਤੇ ਪੂਰੇ ਪਰਿਵਾਰ ਨੇ ਬਾਲਕ ਹੋਣ ਦੀ ਖੁਸ਼ੀ ਮਨਾਈ। ਸੋ ਸਾਧ ਸੰਗਤ ਜੀ, ਵੀਡੀਓ ਨੂੰ ਲਾਈਕ ਅਤੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜੀ। ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ। ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਉਦੋਂ ਤੱਕ ਦੇ ਲਈ ਗੱਜ ਕੇ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।